ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਗੁਰਮਤਿ ਕਾਵਿ ਵਿੱਚ ਸ਼ਾਮਿਲ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਬਾਰੇ ਗੱਲਬਾਤ ਕਰਾਂਗੇ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਸੰਸਕ੍ਰਿਤ ਦੇ ਭਾਰੀ ਪੰਡਿਤ ਸਨ। ਸਿੱਖ ਧਰਮ ਦੇ ਪ੍ਰਚਾਰ ਲਈ ਆਪ ਆਗਰਾ, ਬਨਾਰਸ ਆਦਿ ਕਈ ਥਾਵਾਂ 'ਤੇ ਗਏ। ਭਾਈ ਗੁਰਦਾਸ ਜੀ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਘਰ ਦੀ ਸੇਵਾ ਵਿੱਚ ਜੁਟੇ ਰਹੇ। ਆਪਣੀ ਵਿਦਵਤਾ, ਸ਼ਰਧਾ ਅਤੇ ਸੇਵਾ ਭਾਵ ਕਾਰਨ ਆਪ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾਂ ਵਿੱਚੋਂ ਗਿਣੇ ਜਾਂਦੇ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖਣ ਅਤੇ ਇਸ ਦੇ ਵਿਕਾਸ ਵਿੱਚ ਆਪ ਨੇ ਵੱਧ ਚੜ੍ਹ ਕੇ ਭਾਗ ਲਿਆ। ਆਪ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਂ ਵੱਲੋਂ ਭਿੰਨ-ਭਿੰਨ ਦੇਸ਼ਾਂ ਵਿੱਚ ਭੇਜਿਆ ਗਿਆ। ਆਪ ਨੇ ਕਾਫੀ ਸਮਾਂ ਕਾਂਚੀ ਵਿੱਚ ਗੁਜ਼ਾਰਿਆ। ਭਾਈ ਸਾਹਿਬ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਦਾ ਕਾਰਨ ਇਹ ਹੈ ਕਿ ਆਪ ਨੇ ਆਪਣੀਆਂ ਵਾਰਾਂ ਵਿੱਚ ਗੁਰਬਾਣੀ ਅਤੇ ਗੁਰਮਤਿ ਦੇ ਸੂਖਮ ਅਤੇ ਗੂੜ੍ਹ ਸਿਧਾਂਤਾਂ ਨੂੰ ਘਰੋਗੀ ਉਪਮਾਵਾਂ ਅਤੇ ਦ੍ਰਿਸ਼ਟਾਂਤਾਂ ਨਾਲ ਸਪਸ਼ਟ ਕਰਕੇ ਸਰਲ ਭਾਸ਼ਾ ਵਿੱਚ ਪੇਸ਼ ਕੀਤਾ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਰਚਨਾ ਦਾ ਨਾਂ ਹੈ ਜਿਹੀ ਸੰਗਤ ਤੇਹਾ ਫਲ। ਇਹ ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ 6ਵੀਂ ਪੌੜੀ ਹੈ। ਇਸ ਪੌੜੀ ਵਿੱਚ ਭਾਈ ਸਾਹਿਬ ਇਹ ਵਿਚਾਰ ਪੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਇੱਕ ਤਾਂਬਾ ਸੰਗਤ ਦੇ ਭੇਦ ਕਰਕੇ ਕਈ ਰੂਪ ਵਟਾ ਲੈਂਦਾ ਹੈ, ਇਸੇ ਤਰ੍ਹਾਂ ਹੀ ਈਸ਼ਵਰ ਦੀ ਸੱਤਾ ਦੇ ਕਈ ਰੂਪ ਨਜ਼ਰ ਪੈਂਦੇ ਹਨ, ਪਰ ਫਿਰ ਵੀ ਉਹ ਇੱਕ ਅਤੇ ਨਿਰਲੇਪ ਹੈ। ਸਤਸੰਗ ਪਰਮਾਤਮਾ ਨੂੰ ਇਹੋ ਜਿਹਾ ਜਾਣ ਕੇ ਉਸ ਦੇ ਗੁਣ ਗਾਉਂਦਾ ਹੈ। ਦੂਜੀ ਵਾਰ ਦੀ 6ਵੀਂ ਪੌੜੀ ਹੈ। ਸੋਈ ਤਾਂਬਾ ਰੰਗ ਸੰਗ ਜਿਉ ਕਹਿਆ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਵੇਂ ਤਾਂਬਾ ਕਲੀ ਨਾਲ ਮਿਲ ਕੇ ਕੈਹਾ ਬਣ ਜਾਂਦਾ ਹੈ, ਉਹੀ ਤਾਂਬਾ ਜਿਸਤ ਨਾਲ ਮਿਲ ਕੇ ਪਿੱਤਲ ਦਿਖਾਈ ਦਿੰਦਾ ਹੈ, ਉਹੀ ਤਾਂਬਾ ਸਿੱਕੇ ਨਾਲ ਮਿਲ ਕੇ ਭਰਤ ਬਣ ਜਾਂਦਾ ਹੈ, ਉਹੀ ਤਾਂਬਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ ਹੈ। ਉਸੇ ਤਾਂਬੇ ਨੂੰ ਜੇ ਮਾਰ ਕੇ ਉਸ ਦਾ ਕੁਸ਼ਤਾ ਬਣਾ ਲਿਆ ਜਾਵੇ ਤਾਂ ਉਹ ਦਵਾਈ ਬਣ ਜਾਂਦਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਸਭ ਥਾਂ ਆਪ ਹੀ ਆਪ ਵਰਤਦਾ ਹੈ। ਹਰ ਚੀਜ਼ ਵਿੱਚ ਉਸ ਦੀ ਸੱਤਾ ਮੌਜੂਦ ਹੈ। ਸਤਸੰਗ ਉਸ ਦੇ ਇਸ ਗੁਣ ਕਰਕੇ ਹੀ ਉਸ ਨੂੰ ਗਾਉਂਦਾ ਹੈ। ਇਹ ਸੀ ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ 6ਵੀਂ ਪੌੜੀ। ਇਸ ਪੌੜੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਪ੍ਰਮਾਤਮਾ ਦੀ ਸੱਤਾ ਦੇ ਕਈ ਰੂਪ ਦਿਖਾਈ ਦਿੰਦੇ ਹਨ, ਪਰ ਫਿਰ ਵੀ ਉਹ ਇੱਕ
ਅਤੇ ਨਿਰਲੇਪ ਹੈ। ਸਤ ਸੰਗ ਉਸ ਨੂੰ ਇਹੋ ਜਿਹਾ ਜਾਣ ਕੇ ਹੀ ਉਸ ਦੇ ਗੁਣ ਗਾਉਂਦਾ ਹੈ। ਭਾਈ ਗੁਰਦਾਸ ਜੀ ਦੀ ਦੂਸਰੀ ਰਚਨਾ ਦਾ ਨਾਂ ਹੈ ਲੱਜਾ ਕੱਜਣ ਵਾਲਾ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰਮੁਖ ਲੋਕ ਵੜੇਵੇਂ ਵਾਂਗ ਆਪਾ ਵਾਰ ਕੇ ਅਤੇ ਕਈ ਤਰ੍ਹਾਂ ਦੇ ਦੁੱਖ ਸਹਿ ਕੇ ਲੋਕਾਂ ਦੇ ਪਰਦੇ ਢੱਕਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਹਨ, ਹੋਏ ਵੜੇਵਾ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਟਿੰਡੇ ਹੱਸ ਹੱਸ ਆਪ ਖਿੜਾਇਆ, ਦੂਹੂ ਮਿਲ ਵੇਲਣ ਵੇਲਿਆ, ਲੂ ਲੂ ਕਰ ਕਰ ਤੁੰਬ ਤੁੰਬਾਇਆ, ਪਿੰਜਣ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਤਾਇਆ, ਤਣ ਬੁਣ ਖੁੰਬ ਚੜ੍ਹਾਏ ਕੈ, ਦੇ ਦੁੱਖ ਧੁਆਏ ਰੰਗਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਿਵਾਇਆ, ਲੱਜਣ ਕੱਜਣ ਹੋਏ ਕਜਾਇਆ। ਵੜੇਵਾ ਸ਼ਬਦ ਦਾ ਅਰਥ ਹੈ ਕਪਾਹ ਦਾ ਬੀਜ। ਭਾਈ ਸਾਹਿਬ ਫਰਮਾਉਂਦੇ ਹਨ ਕਿ ਸੰਸਾਰ ਵਿੱਚ ਵੜੇਵੇਂ ਨੂੰ ਬੀਜਿਆ ਗਿਆ ਅਤੇ ਉਸ ਨੇ ਆਪਣਾ ਸਰੀਰ ਖੇ ਨਾਲ ਰਲਾ ਦਿੱਤਾ। ਇਸ ਤੋਂ ਕਪਾਹ ਦਾ ਬੂਟਾ ਪੈਦਾ ਹੋਇਆ, ਜਿਸ ਨਾਲ ਟਿੰਡੇ ਨੇ ਲੱਗ ਕੇ ਹੱਸ ਹੱਸ ਕੇ ਆਪਣੇ ਆਪ ਨੂੰ ਪ੍ਰਫੁੱਲਿਤ ਕੀਤਾ, ਅਰਥਾਤ ਕਪਾਹ ਖਿੜ ਗਈ। ਚੁਗੀ ਹੋਈ ਕਪਾਹ ਨੂੰ ਦੋ ਵੇਲਣਿਆਂ ਨੇ ਮਿਲ ਕੇ ਵਾਲ ਵਾਲ ਕਰਕੇ ਵੇਲਿਆ, ਫਿਰ ਉਸ ਨੂੰ ਪੇਂਜੇ ਨੇ ਪਿੰਜ ਪਿੰਜ ਕੇ ਉਡਾਇਆ। ਇਸਤਰੀਆਂ ਨੇ ਗੋੜੇ ਬਣਾ ਕੇ ਸੂਤ ਕੱਤਿਆ, ਫਿਰ ਉਸ ਨੂੰ ਤਣ ਕੇ ਉਣ ਕੇ ਖੁੰਬ ਚੜ੍ਹਾ ਕੇ ਤੇ ਇਸ ਤਰ੍ਹਾਂ ਬਹੁਤ ਦੁੱਖ ਦੇ ਕੇ ਧੁਆਇਆ ਅਤੇ ਰੰਗਿਆ ਗਿਆ। ਫਿਰ ਕੱਪੜੇ ਨੂੰ ਕੈਂਚੀ ਨਾਲ ਕੱਟਿਆ ਗਿਆ ਅਤੇ ਸੂਈ ਧਾਗੇ ਨਾਲ ਸੀਤਾ ਗਿਆ। ਇਸ ਤਰ੍ਹਾਂ ਉਸ ਨੇ ਲੱਜ ਨੂੰ ਢੱਕਣ ਵਾਲੇ ਕੱਪੜੇ ਦਾ ਰੂਪ ਧਾਰਨ ਕੀਤਾ। ਭਾਵ ਗੁਰਸਿੱਖ ਆਪਾ ਗੁਆ ਕੇ ਅਤੇ ਨਿਮਰਤਾ ਧਾਰ ਕੇ ਦੂਜਿਆਂ ਦੇ ਪਰਦੇ ਢੱਕਦੇ ਹਨ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ ਲੱਜਾ ਕੱਜਣ ਵਾਲਾ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਗੁਰਮੁਖ ਵੜੇਵੇਂ ਵਾਂਗ ਆਪਾ ਗੁਆ ਕੇ ਅਤੇ ਨਿਮਰਤਾ ਧਾਰ ਕੇ ਦੂਜਿਆਂ ਦੇ ਪਰਦੇ ਢੱਕਦੇ ਹਨ। ਭਾਈ ਗੁਰਦਾਸ ਜੀ ਦੀ ਤੀਸਰੀ ਰਚਨਾ ਦਾ ਨਾਂ ਹੈ ਨਿਮਰਤਾ ਦਾ ਗੁਣ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਨੇ ਰੁੱਖ, ਪਾਣੀ, ਸਿਰ ਅਤੇ ਪੈਰ ਅਤੇ ਧਰਤੀ ਦੇ ਨੀਵੇਂਪਨ ਦੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਕਿ ਜੋ ਨੀਵਾਂ ਹੁੰਦਾ ਹੈ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਫਲ ਸੁਫਲ ਫਲੰਦਾ, ਨਿਰਮਲ ਨੀਰ ਵਖਾਣੀਐ, ਸਿਰ ਨੀਵਾਂ ਨਿਵਾਣ ਚਲੰਦਾ, ਸਿਰ ਉੱਚਾ ਨੀਵੇਂ ਚਰਨ, ਗੁਰਮੁਖ ਪੈਰੀ ਸੀਸ ਪਵੰਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਰੁੱਖ ਸਿਰ ਹੇਠਾਂ ਰੱਖਦਾ ਹੈ ਅਤੇ ਉਹ ਹਜ਼ਾਰਾਂ ਸ੍ਰੇਸ਼ਟ ਫਲਾਂ ਨਾਲ ਫਲਦਾ ਹੈ, ਭਾਵ ਨਿਮਰਤਾ ਨੂੰ ਫਲ ਲੱਗਦਾ ਹੈ। ਜਲ ਨੂੰ ਨਿਰਮਲ ਕਿਹਾ ਜਾਂਦਾ ਹੈ ਕਿਉਂਕਿ ਉਹ ਸਿਰ ਨੀਵਾਂ ਕਰਕੇ ਨਿਵਾਣਾ ਵੱਲ ਨੂੰ ਹੀ ਚੱਲਦਾ ਹੈ। ਸਿਰ ਉੱਚਾ ਹੁੰਦਾ ਹੈ, ਪੈਰ ਨੀਵੇਂ ਹੁੰਦੇ ਹਨ ਅਤੇ ਗੁਰਮੁਖ ਪੈਰਾਂ ਉੱਪਰ ਹੀ ਸਿਰ ਝੁਕਾਉਂਦੇ ਹਨ, ਭਾਵ ਨੀਵਾਂ ਰਹਿਣ ਵਾਲੇ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਸਬਦੂ ਨੀਵੀਂ ਧਰਤ ਹੋਏ, ਅੰਨ ਤਨ ਸਭ ਸੰਸਾਰ ਸੁਹੰਦਾ, ਧਨ ਧਰਤੀ ਉਹ ਥਾਉ ਧਨ,
ਗੁਰਸਿੱਖ ਸਾਧੂ ਪੈਰ ਧਰੰਦਾ, ਚਰਨ ਧੂੜ ਪ੍ਰਦਾਨ ਕਰ, ਸੰਤ ਵੇਦ ਜਸ ਗਾਵੇ ਸੁਨੰਦਾ, ਵਡਭਾਗੀ ਪਾਖਾਕ ਲਹੰਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸਿਰ ਭਾਰ ਉੱਗੇ ਰੁੱਖਾਂ, ਨਿਵਾਣਾਂ ਵੱਲ ਚੱਲਦੇ ਪਾਣੀ ਅਤੇ ਪੈਰਾਂ ਨਾਲੋਂ ਵੀ ਨੀਵੀਂ ਧਰਤੀ ਹੈ, ਜੋ ਅੰਨ ਧਨ ਪੈਦਾ ਕਰਕੇ ਸਭ ਦੀ ਸਾਰ ਲੈਂਦੀ ਹੈ, ਅਰਥਾਤ ਸਭ ਨੂੰ ਅੰਨ ਧਨ ਦਿੰਦੀ ਹੈ। ਇਸ ਕਰਕੇ ਧਰਤੀ ਧਨ ਹੈ ਅਤੇ ਉਹ ਥਾਂ ਵੀ ਧਨ ਹੈ ਜਿੱਥੇ ਗੁਰੂ ਦੇ ਸਿੱਖ ਸਾਧੂ ਚਰਨ ਧਰਦੇ ਹਨ, ਕਿਉਂਕਿ ਉਹ ਥਾਂ ਨੂੰ ਉਹਨਾਂ ਦੇ ਚਰਨਾਂ ਦੀ ਧੂੜੀ ਕਰਕੇ ਪ੍ਰਧਾਨ ਮੰਨਦੇ ਹੋਏ ਸੰਤ ਤੇ ਧਰਮ ਪੁਸਤਕਾਂ ਜਸ ਗਾ ਕੇ ਸੁਣਾਉਂਦੀਆਂ ਹਨ। ਕੋਈ ਵਡਭਾਗੀ ਹੀ ਹੈ ਜੋ ਉਸ ਪਵਿੱਤਰ ਚਰਨ ਧੂੜੀ ਨੂੰ ਪ੍ਰਾਪਤ ਕਰ ਸਕਦਾ ਹੈ, ਅਰਥਾਤ ਕੋਈ ਵੱਡਿਆਂ ਭਾਗਾਂ ਵਾਲਾ ਹੀ ਨੀਵਾਂ ਹੁੰਦਾ ਹੈ, ਜੋ ਕਿ ਸਭ ਤੋਂ ਉੱਤਮ ਹੁੰਦਾ ਹੈ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ ਨਿਮਰਤਾ ਦਾ ਗੁਣ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸਿਰ ਭਾਰ ਉੱਗਿਆ ਰੁੱਖ, ਨਿਵਾਣਾਂ ਵੱਲ ਵਗਦਾ ਪਾਣੀ ਅਤੇ ਸਿਰ ਨਾਲੋਂ ਹੇਠਾਂ ਰਹਿਣ ਵਾਲੇ ਪੈਰਾਂ ਨਾਲੋਂ ਵੀ ਨੀਵੀਂ ਧਰਤੀ ਹੈ, ਜਿਸ ਉੱਪਰ ਗੁਰਸਿੱਖ ਪੈਰ ਰੱਖਦੇ ਹਨ, ਅਤੇ ਉਹ ਜਗ੍ਹਾ ਚਰਨ ਧੂੜੀ ਕਰਕੇ ਪ੍ਰਧਾਨ ਮੰਨੀ ਜਾਂਦੀ ਹੈ, ਜਿਸ ਦਾ ਜਸ ਸੰਤ ਤੇ ਵੇਦ ਗਾਉਂਦੇ ਹਨ। ਅਸਲ ਵਿੱਚ ਕੋਈ ਵਡਭਾਗੀ ਹੀ ਨੀਵੇਂਪਨ ਦੇ ਗੁਣ ਨੂੰ ਗ੍ਰਹਿਣ ਕਰਦਾ ਹੈ। ਭਾਈ ਗੁਰਦਾਸ ਜੀ ਦੀ ਚੌਥੀ ਰਚਨਾ ਦਾ ਨਾਂ ਹੈ ਸੱਚ ਅਤੇ ਕੂੜ। ਇਸ ਵਿੱਚ ਭਾਈ ਸਾਹਿਬ ਨੇ ਸੱਚ ਦੇ ਗੁਣ ਅਤੇ ਝੂਠ ਦੇ ਔਗੁਣ ਦੱਸੇ ਹਨ। ਕੂੜ ਕਪਟ ਹਥਿਆਰ ਜਿਉਂ, ਸੱਚ ਰਖਵਾਲਾ ਸਿਲੋ ਸੰਜੋਆ, ਕੂੜ ਵੈਰੀ ਨਿਤ ਜੋਹੰਦਾ, ਸੱਚ ਸੁਮਿਤ ਹਿਮਾਇਤ ਹੋਆ, ਸੂਰ ਵੀਰ ਵਰਿਆਮ ਸੱਚ, ਕੂੜ ਕੁੜਾਵਾ ਕਰਦਾ ਢੋਆ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਝੂਠ ਧੋਖੇ ਦਾ ਹਥਿਆਰ ਹੈ, ਅਰਥਾਤ ਝੂਠ ਦੀ ਵਰਤੋਂ ਧੋਖਾ ਦੇਣ ਲਈ ਕੀਤੀ ਜਾਂਦੀ ਹੈ, ਪਰ ਸੱਚ ਲੋਹੇ ਦੇ ਕੱਪੜਿਆਂ ਵਾਂਗ ਸਰੀਰ ਦਾ ਰਖਵਾਲਾ ਹੈ। ਕੂੜ ਵੈਰੀਆਂ ਵਾਂਗ ਨਿੱਤ ਤਾੜਦਾ ਅਤੇ ਅਗਲੇ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ, ਪਰ ਸੱਚ ਭਲੇ ਮਿੱਤਰਾਂ ਵਾਂਗ ਮਦਦਗਾਰ ਸਿੱਧ ਹੁੰਦਾ ਹੈ। ਸੱਚ ਸੂਰਬੀਰ ਬਹਾਦਰਾਂ ਦੀ ਤਰ੍ਹਾਂ ਹੈ, ਜਦ ਕਿ ਕੂੜ ਝੂਠਾ ਹੀ ਮੇਲ ਮਿਲਾਪ ਕਰਾਉਂਦਾ ਹੈ। ਨਿਹਚਲ ਸੱਚ ਸੁਥਾਏ ਹੈ, ਲਰਜੇ ਕੂੜ ਕੁਥਾਏ ਖੜੋਆ, ਸੱਚ ਫੜ ਕੂੜ ਪਛਾੜਿਆ, ਚਾਰ ਚੱਕ ਵੇਖਣ ਤ੍ਰੈ ਲੋਆ, ਕੂੜ ਕਪਟ ਰੋਗੀ ਸਦਾ, ਸੱਚ ਸਦਾ ਹੀ ਨਵਾਂ ਨਿਰੋਆ, ਸੱਚ ਸੱਚਾ ਕੂੜ ਕੂੜ ਵਿਖੋਆ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸੱਚ ਸਹੀ ਜਗ੍ਹਾ ਉੱਤੇ ਅਡੋਲ ਖੜਾ ਹੁੰਦਾ ਹੈ, ਜਦ ਕਿ ਝੂਠ ਗਲਤ ਜਗ੍ਹਾ ਉੱਤੇ ਕੰਬਦਾ ਹੈ। ਸੱਚ ਅਰਥਾਤ ਸੱਚ ਬੋਲਣ ਹਾਰਾ ਜਦੋਂ ਕੂੜ ਨੂੰ ਫੜ ਕੇ ਧਰਤੀ ਉੱਤੇ ਪਟਕਾ ਦਿੰਦਾ ਹੈ, ਤਾਂ ਚਾਰੇ ਦਿਸ਼ਾਵਾਂ ਅਤੇ ਤਿੰਨਾਂ ਲੋਕਾਂ ਭਾਵ ਆਕਾਸ਼ ਲੋਕ, ਮਾਤ ਲੋਕ ਅਤੇ ਪਾਤਾਲ ਲੋਕ ਦੇ ਬੰਦੇ ਦੇਖਦੇ ਹਨ। ਕੂੜਾ ਅਤੇ ਕਪਟੀ ਪੁਰਖ ਸਦਾ ਰੋਗੀ ਰਹਿੰਦਾ ਹੈ, ਪਰ ਸੱਚ ਸਦਾ ਨਵਾਂ ਨਰੋਆ ਹੁੰਦਾ ਹੈ। ਸੱਚ ਵਾਲਾ ਹਮੇਸ਼ਾ ਸੱਚਾ ਅਤੇ ਕੂੜ ਵਾਲਾ ਹਮੇਸ਼ਾ ਝੂਠਾ ਦਿਖਾਈ ਦਿੰਦਾ ਹੈ, ਅਰਥਾਤ ਸੱਚ ਅਤੇ ਝੂਠ ਦੀ ਪਛਾਣ ਸਹਿਜੇ ਹੀ ਹੋ ਜਾਂਦੀ ਹੈ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ ਸੱਚ ਅਤੇ ਕੂੜ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ, ਨਿਹਚਲ ਸੱਚ
ਸੁਥਾਏ ਹੈ, ਲਰਜੈ ਕੂੜ ਕੁਥਾਏ ਖੜੋਆ, ਸੱਚ ਫੜ ਕੂੜ ਪਛਾੜਿਆ, ਚਾਰ ਚੱਕ ਵੇਖਣ ਤ੍ਰੈ ਲੋਆ, ਕੂੜ ਕਪਟ ਰੋਗੀ ਸਦਾ, ਸੱਚ ਸਦਾ ਹੀ ਨਵਾਂ ਨਿਰੋਆ, ਸੱਚ ਸੱਚਾ ਕੂੜ ਕੂੜ ਵਿਖੋਆ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਸੱਚ ਸਹੀ ਜਗ੍ਹਾ ਉੱਤੇ ਅਡੋਲ ਖੜਾ ਹੁੰਦਾ ਹੈ, ਜਦ ਕਿ ਝੂਠ ਗਲਤ ਜਗ੍ਹਾ ਉੱਤੇ ਕੰਬਦਾ ਹੈ। ਸੱਚ ਅਰਥਾਤ ਸੱਚ ਬੋਲਣ ਵਾਲਾ ਜਦੋਂ ਕੂੜ ਨੂੰ ਫੜ ਕੇ ਧਰਤੀ ਉੱਤੇ ਪਟਕਾ ਦਿੰਦਾ ਹੈ ਤਾਂ ਚਾਰੇ ਦਿਸ਼ਾਵਾਂ ਅਤੇ ਤਿੰਨਾਂ ਲੋਕਾਂ ਭਾਵ ਆਕਾਸ਼ ਲੋਕ, ਮਾਤ ਲੋਕ ਅਤੇ ਪਾਤਾਲ ਲੋਕ ਦੇ ਬੰਦੇ ਦੇਖਦੇ ਹਨ ਕੂੜਾ ਅਤੇ ਕਪਟੀ ਪੁਰਖ ਸਦਾ ਰੋਗੀ ਰਹਿੰਦਾ ਹੈ, ਪਰ ਸੱਚ ਸਦਾ ਨਵਾਂ ਨਰੋਆ ਹੁੰਦਾ ਹੈ। ਸੱਚ ਵਾਲਾ ਹਮੇਸ਼ਾ ਸੱਚਾ ਅਤੇ ਕੂੜ ਵਾਲਾ ਹਮੇਸ਼ਾ ਝੂਠਾ ਦਿਖਾਈ ਦਿੰਦਾ ਹੈ, ਅਰਥਾਤ ਸੱਚ ਅਤੇ ਝੂਠ ਦੀ ਪਛਾਣ ਸਹਿਜੇ ਹੀ ਹੋ ਜਾਂਦੀ ਹੈ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ ਸੱਚ ਅਤੇ ਕੂੜ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਕੂੜ ਕਪਟ ਦਾ ਹਥਿਆਰ, ਵੈਰੀ ਵਾਂਗ ਤਾੜਨ ਵਾਲਾ, ਝੂਠੇ ਮੇਲ ਕਰਾਉਣ ਵਾਲਾ, ਗਲਤ ਜਗ੍ਹਾ ਉੱਪਰ ਖੜਾ ਹੋਣ ਵਾਲਾ ਅਤੇ ਮਨੁੱਖ ਨੂੰ ਰੋਗੀ ਕਰਨ ਵਾਲਾ ਹੁੰਦਾ ਹੈ, ਜਦ ਕਿ ਸੱਚ ਕਪਟ ਤੋਂ ਬਚਾਉਣ ਵਾਲਾ, ਸਹੀ ਜਗ੍ਹਾ ਉੱਤੇ ਅਡੋਲਤਾ ਨਾਲ ਖੜਾ ਹੋਣ ਵਾਲਾ, ਸੂਰਬੀਰ ਬਹਾਦਰ ਅਤੇ ਮਨੁੱਖ ਨੂੰ ਨਵਾਂ ਨਰੋਆ ਰੱਖਣ ਵਾਲਾ ਹੁੰਦਾ ਹੈ। ਇਸ ਕਰਕੇ ਸਾਨੂੰ ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾਉਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਦੀ ਪੰਜਵੀਂ ਰਚਨਾ ਦਾ ਨਾਂ ਹੈ ਨਿੰਦਕ ਆਪਣੀ ਜੜ ਆਪ ਪੁੱਟਦਾ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਜਿਹੜੇ ਦੂਜਿਆਂ ਦੀ ਨਿੰਦਿਆ ਕਰਦੇ ਹਨ ਉਹ ਆਪਣੇ ਇਸ ਪਾਪ ਦੀ ਮੈਲ ਧੋਣ ਵਿੱਚ ਹੀ ਆਪਣਾ ਅਮੋਲਕ ਜਨਮ ਹਾਰ ਬੈਠਦੇ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਕੁੱਤਾ ਰਾਜ ਬਹਾਲੀਐ, ਫਿਰ ਚੱਕੀ ਚੱਟੈ, ਸੱਪੇ ਦੁੱਧ ਪਿਆਲੀਐ, ਵਿਹੂ ਮੁੱਖੋਂ ਸੱਟੈ, ਪੱਥਰ ਪਾਣੀ ਰੱਖੀਐ, ਮਨ ਹੱਠ ਨ ਘਟੈ, ਚੋਆ ਚੰਦਨ ਪਰ ਹਰੈ, ਖਰ ਖੇ ਪਲਟੈ, ਤਿਉ ਨਿੰਦਕ ਪਰ ਨਿੰਦ ਹੂੰ, ਹੱਥ ਮੂਲ ਨ ਹਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਜੇ ਕੁੱਤੇ ਨੂੰ ਰਾਜ ਗੱਦੀ ਉੱਤੇ ਬਿਠਾ ਦਈਏ ਫਿਰ ਵੀ ਉਹ ਚੱਕੀ ਚੱਟਦਾ ਹੈ, ਸੱਪ ਨੂੰ ਜੇ ਦੁੱਧ ਵੀ ਪਿਲਾਈਏ ਤਾਂ ਵੀ ਉਹ ਮੂੰਹ ਵਿੱਚੋਂ ਜ਼ਹਿਰ ਹੀ ਸੁੱਟਦਾ ਹੈ, ਪੱਥਰ ਨੂੰ ਪਾਣੀ ਵਿੱਚ ਰੱਖਿਆ ਜਾਵੇ ਤਾਂ ਵੀ ਉਸ ਦੇ ਮਨ ਦਾ ਹੱਠ ਅਰਥਾਤ ਕਠੋਰਪਨ ਦੂਰ ਨਹੀਂ ਹੁੰਦਾ, ਖੋਤਾ ਚੋਆ ਚੰਦਨ ਆਦਿ ਸੁਗੰਧੀਆਂ ਨੂੰ ਛੱਡ ਕੇ ਖੇਹ ਵਿੱਚ ਲੇਟਦਾ ਹੈ। ਇਸੇ ਤਰ੍ਹਾਂ ਨਿੰਦਿਆ ਕਰਨ ਵਾਲੇ ਪਰਾਈ ਨਿੰਦਾ ਕਰਨ ਤੋਂ ਕਦੇ ਵੀ ਬਾਜ਼ ਨਹੀਂ ਆਉਂਦੇ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਆਪਣੇ ਹੱਥੀਂ ਆਪਣੀ ਜੜ ਆਪ ਪੁੱਟਦੇ ਹਨ, ਅਰਥਾਤ ਉਹ ਆਪਣੇ ਇਸ ਪਾਪ ਦੀ ਮੈਲ ਧੋਣ ਵਿੱਚ ਹੀ ਆਪਣਾ ਜਨਮ ਹਾਰ ਬੈਠਦੇ ਹਨ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ ਨਿੰਦਕ ਆਪਣੀ ਜੜ ਆਪ ਪੁੱਟਦਾ ਹੈ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਨਿੰਦਕ ਪਰਾਈ ਨਿੰਦਿਆ ਕਰਨ ਦੇ ਆਪਣੇ ਸੁਭਾਅ ਦਾ ਤਿਆਗ ਨਹੀਂ ਕਰਦਾ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਹੀ ਨਸ਼ਟ ਕਰ ਲੈਂਦਾ ਹੈ। ਭਾਈ ਗੁਰਦਾਸ ਜੀ ਦੀ 6ਵੀਂ ਰਚਨਾ ਦਾ ਨਾਂ ਹੈ ਮਾਪਿਆਂ ਨੂੰ ਛੱਡ ਕੇ ਕੋਈ ਕਰਮ ਧਰਮ ਸਫਲਾ ਨਹੀਂ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਮਾਂ ਪਿਓ ਦੀ ਸੇਵਾ ਨੂੰ ਛੱਡ ਕੇ
ਹੋਰ ਕਰਮ ਧਰਮ ਕਰਨੇ ਸਫਲ ਨਹੀਂ ਹੁੰਦੇ ਅਤੇ ਨਾ ਹੀ ਗੁਰੂ ਪਰਮੇਸ਼ਰ ਦਾ ਭੇਤ ਪਾਇਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਮਾਂ ਪਿਓ ਪਰ ਹਰ ਸੁਣੇ ਵੇਦ ਭੇਦ, ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ, ਵਨ ਖੰਡ ਭੁੱਲਾ ਫਿਰੇ ਬਿਬਾਣੀ। ਮਾਂ ਪਿਓ ਪਰ ਹਰ ਪਰੇ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਾਮਣਾ, 68 ਤੀਰਥ ਘੁੰਮਣ ਵਾਣੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ ਵੇਦ ਸੁਣਦਾ ਹੈ ਤਾਂ ਉਹ ਉਸ ਦਾ ਕਥਾ ਕਹਾਣੀ ਦਾ ਭੇਤ ਨਹੀਂ ਜਾਣ ਸਕਦਾ। ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ ਜੰਗਲਾਂ ਵਿੱਚ ਤਪ ਕਰਦਾ ਹੈ ਤਾਂ ਉਹ ਬੀਆਬਾਨ ਵਿੱਚ ਆਪਣੇ ਅਸਲ ਘਰ ਨੂੰ ਨਹੀਂ ਪਹੁੰਚ ਸਕਦਾ। ਜੇਕਰ ਮਾਂ ਪਿਓ ਨੂੰ ਛੱਡ ਕੇ ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਤਾਂ ਉਸ ਦੀ ਸੇਵਾ ਸਫਲ ਨਹੀਂ ਹੁੰਦੀ। ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ 68 ਤੀਰਥਾਂ ਦੇ ਇਸ਼ਨਾਨ ਕਰਦਾ ਹੈ ਤਾਂ ਉਹ ਵੀ ਸਹੀ ਰਾਹ 'ਤੇ ਨਹੀਂ, ਸਗੋਂ ਘੁੰਮਣ ਘੇਰੀ ਵਿੱਚ ਹੀ ਫਸਿਆ ਹੋਇਆ ਹੈ। ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ ਦਾਨ ਕਰਦਾ ਹੈ ਤਾਂ ਉਹ ਅਗਿਆਨੀ ਪੁਰਸ਼ ਬੇਈਮਾਨ ਹੈ। ਜੇਕਰ ਕੋਈ ਮਾਂ ਪਿਓ ਨੂੰ ਛੱਡ ਕੇ ਵਰਤ ਰੱਖਦਾ ਹੈ ਤਾਂ ਉਹ ਭਰਮਾਂ ਵਿੱਚ ਪਿਆ ਮਰ ਮਰ ਕੇ ਜੰਮਦਾ ਹੈ, ਕਿਉਂਕਿ ਉਸ ਨੇ ਗੁਰੂ ਪਰਮੇਸ਼ਰ ਦੀ ਸਾਰ ਨਹੀਂ ਜਾਣੀ ਹੁੰਦੀ। ਭਾਵ ਸਾਰੇ ਧਰਮ ਕਰਮ ਤਾਂ ਹੀ ਸਫਲ ਹੁੰਦੇ ਹਨ ਜੇਕਰ ਮਾਪਿਆਂ ਦੀ ਖੁਸ਼ੀ ਵੀ ਨਾਲ ਹੋਵੇ। ਇਹ ਸੀ ਭਾਈ ਗੁਰਦਾਸ ਜੀ ਦੀ ਰਚਨਾ, ਮਾਪਿਆਂ ਨੂੰ ਛੱਡ ਕੇ ਕੋਈ ਕਰਮ ਧਰਮ ਸਫਲਾ ਨਹੀਂ। ਇਸ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਨੁੱਖ ਦੁਆਰਾ ਕੀਤੇ ਧਰਮ ਕਰਮ ਤਾਂ ਹੀ ਸਫਲ ਹੁੰਦੇ ਹਨ ਜੇਕਰ ਮਾਪਿਆਂ ਦੀ ਖੁਸ਼ੀ ਵੀ ਨਾਲ ਹੋਵੇ। ਜੇ ਮਾਪੇ ਨਾਰਾਜ਼ ਹੋਣ ਤਾਂ ਕੋਈ ਵੀ ਧਰਮ ਕਰਮ ਸਫਲ ਨਹੀਂ ਹੁੰਦਾ। ਹੁਣ ਅਸੀਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਕੁਝ ਵਸਤੂਨਿਸ਼ਟ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਤਾਂਬਾ ਜਿਸਤ ਨਾਲ ਮਿਲ ਕੇ ਡੈਸ਼ ਬਣ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ, ਪਿੱਤਲ ਬਣ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਕੌਣ ਹਮੇਸ਼ਾ ਰੋਗੀ ਰਹਿੰਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਕੂੜ ਕਪਟ ਕਰਨ ਵਾਲਾ। ਅਗਲਾ ਪ੍ਰਸ਼ਨ ਹੈ, ਪੱਥਰ ਨੂੰ ਪਾਣੀ ਵਿੱਚ ਰੱਖਣ ਨਾਲ ਕੀ ਚੀਜ਼ ਦੂਰ ਨਹੀਂ ਹੁੰਦੀ? ਇਸ ਪ੍ਰਸ਼ਨ ਦਾ ਉੱਤਰ ਹੈ, ਉਸ ਦਾ ਕਠੋਰਪਨ। ਅਗਲਾ ਪ੍ਰਸ਼ਨ ਹੈ, ਕੌਣ ਦੁੱਧ ਪਿਲਾਉਣ 'ਤੇ ਮੂੰਹੋਂ ਜ਼ਹਿਰੀ ਸੁੱਟਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਪ। ਅਗਲਾ ਪ੍ਰਸ਼ਨ ਹੈ, ਕਿਸ ਚੀਜ਼ ਨਾਲ ਸਾਰੇ ਕੰਮ ਸਹਿਜੇ ਹੀ ਰਾਸ ਹੋ ਜਾਂਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਚ ਨਾਲ। ਅਗਲਾ ਪ੍ਰਸ਼ਨ ਹੈ, ਡੈਸ਼ ਭਾਵੇਂ ਰਾਜ ਤਖਤ ਉੱਤੇ ਵੀ ਬਿਠਾ ਦਿੱਤਾ ਜਾਵੇ ਤਾਂ ਵੀ ਉਹ ਚੱਕੀ ਚੱਟਦਾ ਹੈ, ਖਾਲੀ ਥਾਂ ਵਿੱਚ ਢੁਕਵਾਂ ਸ਼ਬਦ ਭਰੋ। ਇਸ ਪ੍ਰਸ਼ਨ ਦਾ ਉੱਤਰ ਹੈ, ਕੁੱਤਾ ਭਾਵੇਂ ਰਾਜ ਤਖਤ ਉੱਤੇ ਵੀ ਬਿਠਾ ਦਿੱਤਾ ਜਾਵੇ ਤਾਂ ਵੀ ਉਹ ਚੱਕੀ ਚੱਟਦਾ ਹੈ। ਅਗਲਾ ਪ੍ਰਸ਼ਨ ਹੈ, ਮਾਤਾ ਪਿਤਾ ਨੂੰ ਛੱਡਣ ਵਾਲਾ ਕਿਸ ਦੀ ਸਾਰ ਨਹੀਂ ਜਾਣ ਸਕਦਾ? ਇਸ ਪ੍ਰਸ਼ਨ ਦਾ ਉੱਤਰ ਹੈ, ਗੁਰੂ ਪਰਮੇਸ਼ਰ ਦੀ। ਅਗਲਾ ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਦਾ ਕੰਮ ਕਿਸ ਨੇ ਕੀਤਾ? ਇਸ ਪ੍ਰਸ਼ਨ ਦਾ ਉੱਤਰ ਹੈ, ਭਾਈ ਗੁਰਦਾਸ ਜੀ ਨੇ।
ਅਗਲਾ ਪ੍ਰਸ਼ਨ ਹੈ, ਭਾਈ ਗੁਰਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਨਿਮਰਤਾ ਦਾ ਗੁਣ। ਅਗਲਾ ਪ੍ਰਸ਼ਨ ਹੈ, ਪਾਣੀ ਕਿੱਧਰ ਨੂੰ ਵਹਿੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਨੀਵੇਂ ਪਾਸੇ ਨੂੰ। ਅਗਲਾ ਪ੍ਰਸ਼ਨ ਹੈ, ਸਭ ਤੋਂ ਨੀਵਾਂ ਕੌਣ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਧਰਤੀ। ਅਗਲਾ ਪ੍ਰਸ਼ਨ ਹੈ, ਕੌਣ ਚੰਦਨ ਲੇਪ ਦੀ ਸੁਗੰਧੀ ਛੱਡ ਕੇ ਮਿੱਟੀ ਵਿੱਚ ਲੇਟਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਖੋਤਾ। ਅਗਲਾ ਪ੍ਰਸ਼ਨ ਹੈ, ਕੌਣ ਨਿਰੋਗ ਰਹਿੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਸੱਚ ਬੋਲਣ ਵਾਲਾ। ਅਗਲਾ ਪ੍ਰਸ਼ਨ ਹੈ, ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਕਰਕੇ। ਇਹ ਸਨ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਜਿਨ੍ਹਾਂ ਵਿੱਚ ਭਾਈ ਸਾਹਿਬ ਨੇ ਅਤ ਸੰਕੋਚ ਅਤੇ ਸੰਜਮ ਤੋਂ ਕੰਮ ਲੈਂਦੇ ਹੋਏ ਇੱਕ ਇੱਕ ਤੁਕ ਵਿੱਚ ਬੜੇ ਗੂੜ੍ਹ ਭਾਵਾਂ ਨੂੰ ਅੰਕਿਤ ਕੀਤਾ ਹੈ। ਵਿਅੰਗ ਦੇ ਨਾਲ ਨਾਲ ਭਾਈ ਸਾਹਿਬ ਦੀ ਰਚਨਾ ਵਿੱਚ ਸੁਲਝੇ ਹੋਏ ਕਲਾਕਾਰਾਂ ਵਰਗੇ ਹਾਸ ਰਸ ਦਾ ਪ੍ਰਯੋਗ ਵੀ ਮਿਲਦਾ ਹੈ। ਆਪ ਇੱਕ ਚਿੱਤਰਕਾਰ ਵਾਂਗ ਸ਼ਬਦਾਂ ਦੁਆਰਾ ਸਾਰੇ ਦਾ ਸਾਰਾ ਚਿੱਤਰ ਅੱਖਾਂ ਦੇ ਸਾਹਮਣੇ ਲਟਕਾ ਦਿੰਦੇ ਹਨ। ਧੰਨਵਾਦ।